हाँ जी दोस्तों, सारी संगत नूं राधा स्वामी जी। बेनती है कि सत्संग घरां विच चोरियां हो रही ने कहंदे, ते डेरा बिआस वालों एक नोटिफिकेशन भी जारी होया है। ते दूजी बेनती भी तुहाडे नाल जो कि बहुत जरूरी है वो भी शेयर करांगे। ज़रूर सुनियो कि बाबा जी ने की किया सी। ਪਹਿਲਾਂ ਤਾਂ ਆਪਾਂ ਗੱਲ ਕਰੀਏ ਇਹ ਕਿ ਜੋ ਇਹ ਸਤਸੰਗ ਸੈਂਟਰਸ ਵਿੱਚ ਚੋਰੀਆਂ ਕਹਿੰਦੇ ਹੋ ਰਹੀਆਂ ਨੇ। ਦੋਸਤੋ, ਇਸ ਦੇ ਬਾਰੇ ਤਾਂ ਆਪਾਂ ਕਈ ਵਾਰ ਆਲਰੇਡੀ ਕਹਿ ਚੁੱਕੇ ਹਾਂ। ਇਹ ਇੰਸਟਰਕਸ਼ਨਸ ਵਿੱਚ, ਗਾਈਡਲਾਈਨਸ ਦੇ ਵਿੱਚ ਆਪਾਂ ਕਈ ਵਾਰ ਵੀਡੀਓ ਬਣਾ ਕੇ ਆਪਾਂ ਬੇਨਤੀ ਕਰ ਚੁੱਕੇ ਹਾਂ। ਕੁਝ ਸਾਲ ਪਹਿਲਾਂ ਵੀ ਆਪਾਂ ਨੇ ਆਲਰੇਡੀ ਇਹ ਚੀਜ਼ਾਂ ਕਹਿਤੀਆਂ ਸੀ ਕਿ ਜਿਹੜੇ ਸਤਸੰਗ ਸੈਂਟਰ ਹੁੰਦੇ ਨੇ, ਕਈ ਵਾਰ ਇਸ ਵਿੱਚ ਚੋਰ ਵੀ, ਸਪੈਸ਼ਲੀ ਨਸ਼ੇੜੀ ਆ ਜਾਂਦੇ ਨੇ, ਜਿਹੜੇ ਚੋਰੀ ਕਰਕੇ ਫਿਰ ਉਹ ਸਮਾਨ ਜੋ ਵੀ ਉਹਨਾਂ ਨੇ ਚੋਰੀ ਕੀਤੀ ਹੁੰਦੀ ਆ ਉਹ ਵੇਚ ਕੇ ਫਿਰ ਉਹ ਖਾਂਦੇ ਨੇ ਨਸ਼ਾ। ਤਾਂ ਇਹ ਨਸ਼ੇੜੀਆਂ ਤੋਂ ਤਾਂ ਪੰਜਾਬ ਤੰਗ ਹੈ, ਪੰਜਾਬ ਤੰਗ ਆ ਨਸ਼ੇੜੀਆਂ ਤੋਂ। ਇਹਨਾਂ ਦਾ ਕੀ ਕਰੀਏ। ਹੋਰ ਇਹਨਾਂ ਬਾਰੇ ਤੁਹਾਨੂੰ ਗੱਲ ਦੱਸਾਂ ਤਾਂ ਸ਼ਾਇਦ ਤੁਸੀਂ ਵੀ ਕਈਆਂ ਨੇ ਦੇਖਿਆ ਹੋਊਗਾ, ਹਾਈਵੇਜ਼ 'ਤੇ ਜੋ ਲੋਹਾ ਲੱਗਿਆ ਹੁੰਦਾ, ਇਹਨਾਂ ਨੇ ਨਾਸ਼ ਮਾਰਿਆ ਪਿਆ ਪੰਜਾਬ ਦਾ। ਕਦੋਂ ਕਿਤੋਂ ਕੁਛ ਪੱਟ ਕੇ ਲੈ ਜਾਂਦੇ ਨੇ, ਕਦੇ ਕਿਤੋਂ ਹਾਈਵੇ ਦੇ ਨਾਲ ਲੋਹਾ ਉਹ ਵੀ ਉਤਾਰ ਕੇ ਲੈ ਜਾਂਦੇ ਨੇ। ਕਿਤੇ ਥੱਲੇ ਕੋਈ ਸੀਵਰੇਜ 'ਤੇ ਕੋਈ ਲੋਹਾ ਪਿਆ ਹੁੰਦਾ। ਇਹਨਾਂ ਤੋਂ ਗੁੱਸਾ ਬਹੁਤ ਚੜ੍ਹਦਾ ਦੋਸਤੋ ਮੈਨੂੰ ਆ। ਕਿਸੇ ਦਿਨ ਜੇ ਟੱਕਰ ਜਾਣ ਨਾ, ਬਸ ਇਹਨਾਂ ਦਾ ਮਤਲਬ ਕੁਛ ਵੀਡੀਓਜ਼ ਵੀ ਆਪਾਂ ਨੇ ਦੇਖੀਆਂ ਨੇ, ਅਤੇ ਈਵਨ ਖੁਦ ਨੇ ਮੈਂ ਤਾਂ ਦੇਖਿਆ ਵਾ, ਜਿਵੇਂ ਹਾਈਵੇਜ਼ 'ਤੇ ਜਾਂ ਕਿਤੇ ਸੀਵਰੇਜ 'ਤੇ ਲੋਹਾ ਚੱਕਿਆ ਹੋਇਆ ਜਾਂ ਹਮਲਾ ਵੀ। ਇਹ ਨਾ ਇੱਕ ਹੋਰ ਦੋਸਤੋ ਆਪਾਂ ਇੱਥੇ ਜ਼ਰੂਰੀ ਗੱਲ ਯਾਦ ਆਈ, ਉਹ ਵੀ ਕਹਿ ਚੁੱਕੇ ਹਾਂ ਕਿ ਸਪੈਸ਼ਲੀ ਫੋਰ ਸੇਵਾਦਾਰਸ ਜੋ ਸਵੇਰੇ ਸਵੇਰੇ ਜਾਂਦੇ ਨੇ ਨਾ, 5 ਵਜੇ ਨਿਕਲਦੇ ਨੇ, 4 ਵਜੇ ਸਤਸੰਗ ਸੈਂਟਰਾਂ ਵਿੱਚ। ਮੈਂ ਪਰਸਨਲੀ ਵੀ ਕਹਿ ਚੁੱਕਿਆ ਕੁਛ ਬੰਦਿਆਂ ਨੂੰ ਕਿ ਸਵੇਰੇ ਜਾਣ ਵੇਲੇ ਵੀ ਨਾ ਇਹ ਨਸ਼ੇੜੀ ਖੜ੍ਹੇ ਹੁੰਦੇ ਨੇ ਰਾਹਾਂ 'ਚ ਲੁੱਕ ਕੇ, ਕਿਉਂਕਿ ਉਸ ਟਾਈਮ ਸੰਨਾਟਾ ਹੁੰਦਾ, ਲੋਕ ਬਾਹਰ ਨਹੀਂ ਨਿਕਲਦੇ। ਤਾਂ ਹਾਂ, ਇੱਕ ਹੋਰ ਗੱਲ ਯਾਦ ਆਈ, ਇੱਕ ਸੇਵਾਦਾਰ ਨਾਲ ਤਾਂ ਇਹ ਹੋ ਚੁੱਕਿਆ ਵਾ। ਉਹ ਸੇਵਾਦਾਰ ਨੇ ਖੁਦ ਦੱਸਿਆ ਸੀ ਕਿ ਉਹ ਸ਼ਾਇਦ ਗੱਡੀ ਵਿੱਚ ਸੀ, ਉਹ ਕਿਤੇ ਇੱਦਾਂ ਹੀ ਸਵੇਰੇ 4-5 ਵਜੇ ਨਿਕਲਿਆ, 5-6 ਵਜੇ, ਅਤੇ ਉੱਥੇ ਖੜ੍ਹੇ ਸੀਗੇ ਨਸ਼ੇੜੀ, ਅਤੇ ਉਹਨਾਂ ਦੇ ਹੱਥ ਵਿੱਚ ਸੀਗੇ ਕੁਝ ਹਥਿਆਰ ਤੇਜ਼ਧਾਰ। ਤਾਂ ਉਹ ਖੜ੍ਹੇ ਸੀਗੇ, ਪਰ ਉਸ ਸੇਵਾਦਾਰ ਕੋਲ ਕੁਝ ਇੱਦਾਂ ਦਾ ਕੀਮਤੀ ਕੋਈ ਚੀਜ਼ ਹੈ ਨਹੀਂ ਸੀਗੀ, ਅਤੇ ਉਹ ਇਕੱਲਾ ਸੀਗਾ। ਤਾਂ ਉਹਨੂੰ ਰੋਕਿਆ ਗਿਆ ਤਾਂ ਕਰਕੇ, ਲੇਕਿਨ ਉਹਨੂੰ ਛੱਡਤਾ ਕਿਉਂਕਿ ਉਹਦੇ ਕੋਲ ਕੁਛ ਹੈ ਨਹੀਂ ਸੀ। ਤਾਂ ਦੋਸਤੋ, ਸਪੈਸ਼ਲੀ ਜਿਹੜੇ ਇਕੱਲੇ ਜਾਂਦੇ ਨੇ, ਪਹਿਲੀ ਗੱਲ ਤਾਂ ਦੇਖੋ, ਸੁਬਾਹ ਤਾਂ ਮੇਰੇ ਖਿਆਲ ਨਾਲ ਜਾਣਾ ਪੈਂਦਾ ਵਾ, ਤਾਂ ਇਕੱਲੇ ਨਾ ਜਾਣ, 3-4 ਬੰਦੇ ਇਕੱਠੇ ਜਾਣ, ਅਤੇ ਇਹੋ ਜਿਹੀ ਜਗ੍ਹਾ 'ਤੇ ਤਾਂ ਬਿਲਕੁਲ ਵੀ ਨਾ ਜਾਣ ਜਿੱਥੇ, ਕਿਉਂਕਿ ਆਪਾਂ ਨਾ ਅਵੋਇਡ ਕਰਦੇ ਹਾਂ, ਇਹ ਇੰਸਟਰਕਸ਼ਨਸ ਫੋਲੋ ਨਹੀਂ ਕਰਦੇ ਚੰਗੀ ਤਰ੍ਹਾਂ। ਇਹ ਵੀ ਆਪਾਂ ਨੇ ਦੇਖਿਆ ਵਾ। ਜੇ ਇਕੱਲਾ ਵੀ ਤੁਹਾਨੂੰ ਸਵੇਰੇ ਜਾਣਾ ਪੈ ਜਾਵੇ ਨਾ, ਬਹੁਤ ਹੀ ਜ਼ਰੂਰੀ ਹੋਵੇ, ਮੋਸਟਲੀ ਤਾਂ ਸਾਰੇ ਇਕੱਲੇ ਹੀ ਜਾਂਦੇ ਨੇ ਆਪਣੇ ਆਪਣੇ ਘਰਾਂ ਤੋਂ, ਇਹ ਵੀ ਦੇਖਿਆ ਆਪਾਂ ਨੇ। ਤਾਂ ਨਾ ਇੱਕ ਰੋਡ ਜਾਂ ਕੋਈ ਇਹੋ ਜਿਹਾ ਹਥਿਆਰ ਨਾ ਤੇਜ਼ ਧਾਰੇ ਹੋਵੇ ਟੱਕਰ ਦਾ, ਉਹ ਵੀ ਤੁਸੀਂ ਆਪਣੇ ਨਾਲ ਲੈ ਕੇ ਜਾਵੋ, ਸਕੂਟਰ 'ਤੇ ਜਾਂ ਸਾਈਕਲ 'ਤੇ ਤਾਂ ਅੱਜ ਕੱਲ੍ਹ ਘੱਟ ਹੀ ਜਾਂਦੇ ਨੇ, ਮੋਟਰਸਾਈਕਲ 'ਤੇ ਜਾਂ ਗੱਡੀ 'ਚ ਹਥਿਆਰ ਜ਼ਰੂਰ ਲੈ ਕੇ ਜਾਓ ਸੈਂਟਰ ਤੱਕ, ਅਤੇ ਸੈਂਟਰ 'ਤੇ ਰੱਖ ਦਿੱਤਾ ਜਾਵੇ। ਫਿਰ ਆਉਂਦੇ ਹੋਏ ਤਾਂ ਚਲੋ ਕੋਈ ਚੱਕਰ ਨਹੀਂ, ਜਦ ਆਬਾਦੀ ਹੋ ਜਾਂਦੀ ਹੈ। ਤਾਂ ਅੱਜ ਦੇ ਦੌਰ ਵਿੱਚ ਨਾ ਇਹ ਚੀਜ਼ਾਂ ਜ਼ਰੂਰੀ ਨੇ। ਨਸ਼ੇੜੀਆਂ ਦੀਆਂ ਕਿੰਨੀਆਂ ਵੀਡੀਓਜ਼ ਲੁੱਟ ਮਾਰ ਦੀਆਂ ਆਪਾਂ ਨੇ ਦੇਖੀਆਂ ਨੇ, ਲੇਕਿਨ ਆਮ ਤੌਰ 'ਤੇ ਫਿਰ ਆਪਾਂ ਬੇਨਤੀ ਕਰਦੇ ਹਾਂ ਕਿ ਦੇਖਿਆ ਗਿਆ ਵਾ ਕਿ ਆਪਾਂ ਜ਼ਿਆਦਾ ਨਾ ਸੀਰੀਅਸ ਜੇ ਨਹੀਂ ਹੁੰਦੇ, ਆਪਾਂ ਇਗਨੋਰ ਕਰਦੇ ਹਾਂ ਇਹ ਸਭ ਇੰਸਟਰਕਸ਼ਨਸ। ਆਪਾਂ ਸੋਚਦੇ ਹਾਂ ਕਿ ਚਲੋ ਇੱਥੇ ਤੱਕ ਤਾਂ ਜਾਣਾ ਵਾ, ਸਾਨੂੰ ਕੀ ਹੋਣ ਲੱਗਿਆ, ਕਿਹੜਾ ਆਉਣ ਲੱਗਿਆ, ਕੋਈ ਵੀ ਨਹੀਂ ਹੈਗਾ ਰਸਤੇ 'ਚ। ਲੇਕਿਨ ਦੋਸਤੋ ਚਲੋ ਵਧੀਆ ਗੱਲ ਆ, ਲੇਕਿਨ ਰੱਬ ਨਾ ਕਰੇ ਇਹੋ ਜਿਹਾ ਦਾ ਪਤਾ ਨਹੀਂ ਹੁੰਦਾ ਕਦ ਕੌਣ ਕਿੱਥੋਂ ਆ ਜਾਏ। ਤਾਂ ਐਟਲੀਸਟ ਇੱਕ ਹਥਿਆਰ ਤਾਂ ਵਧੀਆ ਜਿਹਾ ਹੋਣਾ ਚਾਹੀਦਾ ਤੁਹਾਡੇ ਸਾਰਿਆਂ ਕੋਲ ਇਹੋ ਜਿਹੇ 'ਚ।
ਜਿਨ੍ਹਾਂ ਸੇਵਾਦਾਰਾਂ ਦੀ ਨਾਈਟ ਡਿਊਟੀ ਹੁੰਦੀ ਹੈ ਸਪੈਸ਼ਲੀ, ਉਹਨਾਂ ਨੂੰ ਖਾਸ ਧਿਆਨ ਰੱਖਣ ਦੀ ਜ਼ਰੂਰਤ ਆ ਜਦੋਂ ਸਤਸੰਗ ਸੈਂਟਰਾਂ ਵਿੱਚ ਰਹਿੰਦੇ ਨੇ। ਨੋਟੀਫਿਕੇਸ਼ਨ ਵਿੱਚ ਲਿਖਿਆ ਗਿਆ ਵਾ ਕਿ 10 ਸੇਵਾਦਾਰ ਹੋਣੇ ਚਾਹੀਦੇ ਨੇ ਰਾਤ ਨੂੰ, ਅਤੇ ਐਕਟਿਵ ਯੰਗ ਸੇਵਾਦਾਰ ਜਿਹੜੇ ਐਕਟਿਵ ਜਿਹੇ ਰਹਿਣ, ਮਤਲਬ ਮੁੰਡੇ ਖੁੰਡੇ। ਅਤੇ ਦੋਸਤੋ ਇੱਕ ਹੋਰ ਆਪਾਂ ਬੇਨਤੀ ਕਰੀਏ ਕਿ ਜੇ ਬਾਈ ਚਾਂਸ ਇੱਦਾਂ ਦਾ ਮੌਕਾ ਹੁੰਦਾ ਵੀ ਆ, ਜੇ ਤੁਹਾਨੂੰ ਰਾਤ ਨੂੰ ਕੋਈ ਇਹੋ ਜਿਹਾ ਸੇਵਾਦਾਰ ਕੋਈ ਇਹੋ ਜਿਹਾ ਨਸ਼ੇੜੀ ਚੋਰ ਚਪੱਕਾ ਟੱਕਰ ਵੀ ਜਾਂਦਾ ਸੈਂਟਰ ਦੇ ਵਿੱਚ, ਤਾਂ ਤੁਸੀਂ ਉਹਨੂੰ ਇਕੱਲੇ ਟੌਰਚਰ ਕੋਸ਼ਿਸ਼ ਕਰਿਓ ਕਿ ਨਾ ਕਰਿਓ। ਜੇ ਤਾਂ ਤੁਹਾਡੇ ਕੋਲ ਹਥਿਆਰ ਆ, ਡਾਂਗ ਲੈ ਕੇ ਹੱਥ ਵਿੱਚ ਘੁੰਮਿਆ ਕਰੋ। ਸਤਸੰਗ ਸੈਂਟਰ ਦੇ ਵਿੱਚ ਹਰੇਕ ਦੇ ਕੋਲ ਇੱਕ ਡਾਂਗ ਤਾਂ ਕਮ ਸੇ ਕਮ ਹੋਣੀ ਚਾਹੀਦੀ ਹੈ। ਤੇਜ਼ਧਾਰ ਹਥਿਆਰ ਵੀ ਹੋਣਾ ਚਾਹੀਦਾ, ਕਿਉਂਕਿ ਉਹਨਾਂ ਕੋਲ ਤਾਂ ਤੇਜ਼ਧਾਰ ਹਥਿਆਰ ਹੁੰਦੇ ਹੀ ਹੁੰਦੇ ਆ। ਤਾਂ ਇਹ ਕਹਿਣ ਲੱਗੇ ਸੀ ਆਪਾਂ ਕਿ ਉਹਨੂੰ ਇਕੱਲਾ ਤੁਸੀਂ ਟੈਕਲ ਕਰਨ ਤੋਂ ਬਚਿਓ। ਜੇ ਤਾਂ ਤੁਹਾਡੇ ਕੋਲ ਡਾਂਗ ਆ ਜਾਂ ਹਥਿਆਰ ਆ, ਫਿਰ ਤੁਸੀਂ ਕੁਛ ਉਹ ਤੋਂ ਪੁੱਛ ਸਕਦੇ ਹੋ ਵੀ ਕੀ ਕਰਦਾ, ਕੌਣ ਆ ਤੂੰ, ਚੋਰ ਆ, ਠੱਗ ਆ, ਕੌਣ ਆ, ਕਿਉਂਕਿ ਉਹ ਤੁਹਾਡੇ 'ਤੇ ਅਟੈਕ ਓਬਵੀਅਸਲੀ ਕਰ ਸਕਦਾ ਵਾ। ਜੇ ਉੱਪਰ ਜਿਉਂ 3 4 5 ਤਾਂ ਹੁੰਦੇ ਹੀ ਨੇ। ਇਹ ਨਾ ਸੋਚੋ ਕਿ ਉਹ ਇਕੱਲਾ ਹੋਊਗਾ। ਕੋਈ ਤੁਹਾਨੂੰ ਦਿਖਿਆ ਬਾਲਾ ਵਿਚਾਰਾ ਮਜਬੂਰੀ ਵਿੱਚ ਕੋਈ ਇੱਕ ਅੱਧਾ ਆ ਗਿਆ ਟੂਟੀਆਂ ਪੱਟਣ, ਉਹ ਸ਼ਾਇਦ ਹੋਵੇ ਇੱਕ ਅੱਧਾ, ਲੇਕਿਨ ਇਹ ਇਕੱਠੇ ਹੀ ਆਉਂਦੇ ਹੁੰਦੇ ਨੇ 5-7, ਕਿਉਂਕਿ ਮੈਨੂੰ ਇਹ ਕਈ ਵਾਰ ਦਿੱਤਾ ਨਾ, ਕੋਈ ਹੋਰ ਆਪਣੇ ਕੋਈ ਦੋਸਤ ਦੱਸ ਚੁੱਕੇ ਨੇ, ਉਹ ਕਿਤੇ ਹੋਰ ਅੱਡਾ ਸੀ ਉਹਨਾਂ ਦਾ। ਤਾਂ ਦੋਸਤੋ ਫਿਲਹਾਲ ਹੁਣ ਅਗਲੇ ਪੁਆਇੰਟ 'ਤੇ ਟੌਪਿਕ 'ਤੇ ਵਧੀਏ। ਉਹ ਇਹ ਆ ਕਿ ਹੁਣ ਜਦ ਬਾਬਾ ਜੀ ਨੇ ਭੰਡਾਰਾ ਕੀਤਾ ਸੀ, ਉਸ ਤੋਂ ਬਾਅਦ ਹੁਣ ਇਸ ਟਾਈਮ ਫਿਲਹਾਲ ਕਹਿ ਲਓ ਕਿ ਆਪਾਂ ਫ੍ਰੀ ਹਾਂ। ਆਪਾਂ ਸਾਰੇ ਬਾਬਾ ਜੀ ਦਾ ਸਾਡੇ ਕੋਲ 1-2 ਮਹੀਨੇ ਹੈਗੇ ਨੇ, ਉਹ ਬਾਬਾ ਜੀ ਨੇ ਸਾਨੂੰ ਦਿੱਤੇ ਨੇ ਭਜਨ ਸਿਮਰਨ ਕਰਨ ਨੂੰ। ਜਦ ਬਾਬਾ ਜੀ ਆਉਣਗੇ ਬਾਹਰੋਂ, ਫਿਰ ਉਹ ਪੁੱਛਣਗੇ ਕਿ ਆਪਾਂ ਨੇ ਇਹ 2 ਮਹੀਨਿਆਂ 'ਚ ਕੀ ਕੀਤਾ। ਤਾਂ ਹੁਣ ਸਾਡੇ ਕੋਲ ਭਜਨ ਸਿਮਰਨ ਵਾਸਤੇ ਪੂਰਾ ਵਕਤ ਆ। ਫਿਰ ਸਤਸੰਗ ਸਟਾਰਟ ਹੋ ਜਾਣੇ ਨੇ, ਫਿਰ ਵੀ ਕਈ ਦੋਸਤਾਂ ਦਾ ਕੁਝ ਬਣਨਾ ਹੁੰਦਾ। ਹੁਣ ਇਹ 2 ਮਹੀਨਿਆਂ ਵਿੱਚ ਆਪਾਂ ਪੂਰਾ ਭਜਨ ਸਿਮਰਨ ਕਰ ਸਕਦੇ ਹਾਂ। ਪੂਰਾ ਸਾਡੇ ਕੋਲ ਟਾਈਮ ਆ। ਇਸ ਭੰਡਾਰੇ ਵਿੱਚ ਜੋ ਬਾਬਾ ਜੀ ਨੇ ਚੇਅਰ 'ਤੇ ਬਹਿ ਕੇ ਕੀਤਾ ਸੀ, ਬਾਬਾ ਜੀ ਨੇ ਫਰਮਾਇਆ ਸੀ ਨਾ ਕਿ ਉਦਾਹਰਨ ਦਿੱਤਾ ਸੀ ਗੁਰਬਾਣੀ ਦਾ, ਜਹਾਂ ਦੇਖਾਂ ਤਹਾਂ ਦੀਨ ਦਿਆਲਾ, ਆਏ ਨਾ ਜਾਏ ਪ੍ਰਭ ਕਿਰਪਾਲਾ। ਕਿ ਮੈਂ ਤਾਂ ਜਿੱਧਰ ਵੀ ਤਰਫ ਨਜ਼ਰ ਮਾਰਦਾ ਹਾਂ, ਮੈਨੂੰ ਤਾਂ ਮਾਲਿਕ ਹੀ ਮਾਲਿਕ ਦਿਖਾਈ ਦਿੰਦਾ ਹੈ। ਹਰ ਪੱਤੇ ਵਿੱਚ, ਹਰ ਇਨਸਾਨ ਵਿੱਚ, ਪੂਰੀ ਕਾਇਨਾਤ ਵਿੱਚ ਉਹੀ ਨਜ਼ਰ ਆਉਂਦਾ ਹੈ। ਬੁੱਲੇ ਸ਼ਾਹ ਦਾ ਵੀ ਉਦਾਹਰਨ ਦਿੱਤਾ ਸੀ ਕਿ ਤੂੰ ਹੈ ਮੈਂ ਨਾਹੀ ਵੇ ਸਜਣਾ, ਤੂੰ ਹੈ ਮੈਂ ਨਾਹੀ। ਤਾਂ ਇਹ ਦੋਸਤੋ ਆਪਾਂ ਰਿਵਾਈਜ਼ ਕਰ ਰਹੇ ਹਾਂ ਕਿ ਕਿਤੇ ਕੁਛ ਦਿਨਾਂ ਵਿੱਚ ਭੁੱਲ ਤਾਂ ਨਹੀਂ ਗਏ। जब संत महापुरुष इस संसार में आते हैं तो अपने आप को पूरी तरह मालिक के हवाले कर देते हैं, लेकिन हम क्या करते हैं, हम मैं में लगे रहते हैं। जो चीज़ें हमारे साथ रहने वाली भी नहीं, उन्हें इकट्ठा करने में सारी ज़िंदगी गंवा देते हैं। थोड़ा सोचिए, आखिर कौन सी चीज़ हमारे साथ जाएगी। हम इतनी दौड़ भाग में लगे हैं, बच्चों के लिए, पोते पड़पोते के लिए, घर के लिए, दौलत के लिए, पर अंत में जितना मुकद्दर में लिखा है उतना ही मिलेगा, उससे ज़्यादा कुछ नहीं। कबीर साहिब जी भी समझाते हैं, किश्ती में पानी और घर में दौलत, दोनों को हाथ से बाहर निकाल दो, नहीं तो डूब जाओगे। जितना ज़्यादा जोड़ोगे उतनी ही चिंता बढ़ेगी। उदाहरण के लिए कोई फर्नीचर पसंद आया, खरीद लिया, फिर उसकी चिंता शुरू हो गई, बच्चे ख़राब ना कर दें, ऊपर कुछ गिर ना जाए,
तो फिर सुख कहाँ? जिस खुशी के लिए खरीदा था वही दुख बन गया। ऐसे ही आलीशान घर बना लेना, धन इकट्ठा कर लेना, अगर उसमें सुख ही नहीं तो उसका क्या फ़ायदा? साथ कुछ भी नहीं जाने वाला। जैसे कोई सफ़र पर जाता है तो पूरा घर उठाकर नहीं ले जाता, सिर्फ वही चीज़ लेता है जो ज़रूरी है। तो सोचो, इस जीवन यात्रा में क्या साथ जाएगा? नाम की दौलत ही साथ जाएगी, पर उस तरफ हमारा ध्यान ही नहीं। माँ बाप बच्चों को पालते हैं, बड़ा करते हैं और उम्मीद रखते हैं कि बच्चे भी प्यार से बात करें, टाइम निकालें। अगर बच्चे ही ना पूछें तो माँ बाप का दिल टूट जाता है। वैसे ही मालिक ने हमें सब कुछ दिया, पर हम मालिक को टाइम ही नहीं देते। सोचो, अगर हमारे घर कोई मेहमान आए और हमें पहचानने से ही इनकार कर दे, हम क्या करेंगे? उसे बाहर निकाल देंगे ना। वैसे ही मालिक ने हमें इस धरती पर भेजा, पर हम मालिक को याद ही नहीं करते, उसका शुक्रिया अदा तक नहीं करते, उसका शुक्रिया तक नहीं करते। पहली पातशाही जी एक बार मर्दाना जी के साथ यात्रा कर रहे थे। रास्ते में एक गांव आया। वहाँ एक कब्रिस्तान था जिसमें लोगों की उम्र लिखी थी। किसी की 1 साल, किसी की 2 साल, किसी की 4 साल। मर्दाना जी ने गांव वालों से पूछा, भाई, यहाँ लोग इतनी छोटी उम्र में मर जाते हैं? लोगों ने जवाब दिया, नहीं भाई, असल में हम इंसान की उम्र उतनी ही गिनते हैं जितनी उसने मालिक की याद में लगाई हो। भले शरीर 60-70 साल जिए, पर मालिक की भक्ति में जितनी ज़िंदगी बीती वही असली उम्र मानी जाती है। सोचो, जब आखिर में हिसाब होगा तो लिखा जाएगा कितना समय मालिक की याद में बिताया, तो हमारी उम्र कितनी गिनी जाएगी? ज़रा अपने आप से पूछो। हमें सब कुछ पता है, पर मन के अधीन होने के कारण असली काम के लिए टाइम ही नहीं निकालते। हम जहाँ भी जाते हैं कुछ ना कुछ साथ लेकर जाते हैं, पर जब गुरु के पास जाते हैं क्या ले जाते हैं? मालिक की दी हुई चीज़ तो वापस देने की ज़रूरत नहीं, उसके सामने तो अपनी मैं ही रखनी है, अपना अहंकार ही छोड़ना है। मालिक हमसे यही चाहता है। दिन में 2-2.5 घंटे भी उसकी याद में नहीं निकाल पाते। असल में तो पूरी ज़िंदगी उसी के नाम करनी है। नाम की दौलत मालिक ने दी, अब नाम की कमाई हमें करनी है। यही असली पूंजी है। हर काम में टाइम और ध्यान लगता है। भले 1 कप चाय बनानी हो, पानी, दूध, पत्ती सबका ध्यान रखते हैं। तो सोचो, परमार्थ भक्ति क्या इतनी आसान होगी? वो तो और भी ध्यान मांगती है। बाबा जी ने 40 साल से हमें क्या समझाया, उसी को करना है। सिर्फ सत्संग सुन लेने से, कह देने से कि मैंने इतने दर्शन कर लिए, इतने सत्संग सुन लिए, कुछ नहीं होगा। अगर मालिक देना ही चाहे तो 7 समुंदर पार बैठे को भी दे देगा। ना देना चाहे तो सामने बैठे को नहीं देना, तो सामने बैठे को भी नहीं देगा। हम इतना सुनते हैं, पर 2 घंटे बाद कोई पूछ ले, बानी कौन सी ली थी, बानी की पंक्ति कौन सी ली थी, हमें याद तक नहीं रहती।
जैसे कोई कपड़ा पसंद का हो और उस पर दाग लग जाए तो क्या करते हैं, धोबी के पास ले जाते हैं। वो भी ना धो सके तो रंग वाले के पास ले जाते हैं, ललारी के पास ले जाते हैं। हमारी आत्मा भी मैली हो चुकी है, उसे मालिक के रंग में रंगवाना पड़ेगा। उसी से अरदास करनी है, हे मालिक हमारी आत्मा को अपने रंग में रंग दे, क्योंकि हमने इसे मैला कर दिया है, मैला कर लिया है। बहुत सत्संग सुन लिए, सुनते रहेंगे, पर जो असली काम है भजन सिमरन वो ही करना है, वही असली कमाई है। नाम ही असली पहचान है, वही हमारी हस्ती है।